ਸਿੱਧੂ ਮੂਸੇਵਾਲਾ ਦੇ ਫਾਦਰ ਨੇ ਕਿਸੇ ਪਾਰਟਿਕੂਲਰ ਕੋਈ ਬੰਦੇ ਤੇ ਸ਼ੱਕ ਉਹਨਾਂ ਨੇ ਜ਼ਾਹਿਰ ਕੀਤਾ ਜਾਂ ਤੁਹਾਨੂੰ ਦੱਸਿਆ, ਕੋਈ ਸ਼ੇਅਰ ਕੀਤੀ ਗੱਲ? हाँ मेरे नाल बहुत गल्लां करते सीगे, कहंदे एक बारी ये अंदर भी वड़ के सीगे, पर जिन्ने सानू मारना सीगा उन्हें मैनू पछाण लिया, मैं उन्होंने पछाण लिया, क्यों करके असीं तां जेल च इकट्ठे रहे हैं। सो कहंदा कि जी असीं तां होर काम आए सीगे, फिर असीं चलदे हैं। यस कोई बंदा सुपारी लेके आया सी? हाँ, दे वाज स्नूपिंग अराउंड हिम ऑल द टाइम। पर मैंने होर भी एक रिलायबल सोर्स तो पता लगे कि एक बारी सिद्धू मूसेवाले ने किसी गैंग में 50 लाख रुपया फिरौती दी भी सीगी। ਦਿੱਤੀ ਹੋਊਗੀ ਜੀ, क्यों करके मगर पै जाते हैं। तो सारे सिंगर्स का ते बिजनेसमैन ते जिहड़ी कंस्ट्रक्शन करते हैं, इन्हां सारिਆਂ ਤੋਂ ਇਹ ਫਿਰੌਤੀ ਮੰਗਦੇ ਹੈਗੇ ਆ। ਤੁਹਾਡਾ ਸਮਰਥਨ ਕਰਨ ਦਾ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਕਿ ਮੈਂ ਸਪੋਰਟ ਕਰੂੰਗਾ, ਤੁਹਾਡੇ ਨਾਲ ਕੀ ਗੱਲਬਾਤ ਹੋਈ ਜਾਂ ਕਦੇ ਤੁਸੀਂ ਫੇਸ ਟੂ ਫੇਸ ਤੁਹਾਡਾ ਇੰਟਰੈਕਸ਼ਨ ਹੋਇਆ ਮੂਸੇਵਾਲੇ ਨਾਲ? ਮੇਰਾ ਨਹੀਂ ਸੀ ਹੋਇਆ। ਜਸਕਰਨ ਸਿੰਘ ਜਿਹੜੇ ਇੱਥੇ ਸਾਡੇ ਜਨਰਲ ਸੈਕਟਰੀ ਬੈਠੇ ਹੈ, ਇਹ ਸਾਰੇ ਪਾਸੇ ਜਾਂਦੇ ਆ ਟੂ ਗਾਰਨਰ ਸਪੋਰਟ ਫॉर द ਪਾਰਟੀ, ਤੇ ਇਹ ਉਹਨਾਂ ਨੂੰ ਜਾ ਕੇ ਮਿਲੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਬਿਲਕੁਲ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕਰੂੰਗਾ ਕਿਸੇ ਤਰ੍ਹਾਂ ਵੀ, ਤੇ ਮੇਰੇ ਬਾਪੂ ਨੂੰ ਕਹੋ ਕਿ ਉਹ ਮੈਨੂੰ ਆ ਕੇ ਮਿਲੇ। ਤੇ ਮੈਂ ਤਾਂ ਛੇਤੀ ਜਾਣਾ ਸੀਗਾ, ਪਰ ਜਦੋਂ ਮੈਂ ਉਹਨਾਂ ਦੇ ਕੋਲੇ ਗਿਆ, ਜਦੋਂ ਬਾਪੂ ਉਹਨਾਂ ਦਾ ਗਿਆ, ਉਦੋਂ ਉਹ ਤਾਂ ਹੈ ਨਹੀਂ ਸੀਗਾ, ਉਹਨੂੰ ਤਾਂ ਖਤਮ ਕਰਤਾ ਸੀਗਾ। ਤੇ ਅੱਜ ਹੁਣੇ ਪਤਾ ਲੱਗਿਆ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਵੀ ਸ਼ੂਟਿੰਗ ਹੋਈ ਹੈ ਤੇ ਇੱਕ ਨੌਜਵਾਨ ਉੱਥੇ ਮਾਰਿਆ ਗਿਆ ਹੈ, ਤੇ ਇਸ ਗਵਰਨਮੈਂਟ ਤੋਂ ਕੁਛ ਸੰਭਾਲਿਆ ਨਹੀਂ ਜਾਂਦਾ। ਗੱਲ ਇਹ ਹੈ ਕਿ ਫਿਰ ਕੋਲੈਪਸ ਹੋਏਗੀ ਸਰਕਾਰ? ਇਹ ਤਾਂ ਨਹੀਂ ਮੈਨੂੰ ਪਤਾ, ਪਰ ਇਹ ਸਾਰੇ ਨਵੇਂ ਅਨਟੈਸਟਡ ਬੰਦੇ ਖੜੇ ਕਰਕੇ 92 MLA ਬਣਾ ਤਾਂ ਦਿੱਤੇ ਹੈ, ਪਰ ਇਹਨੇ ਕਿਸੇ ਵੀ MLA ਦੀ ਰੂਟ ਜੜ ਥੱਲੇ ਤੱਕ ਹੈ ਨਹੀਂ ਗੀ। 23 ਜੂਨ ਨੂੰ ਸੰਗਰੂਰ ਬਾਈ ਪੋਲਸ ਹੋਣੀਆਂ ਨੇ ਔਰ ਉਸ ਤੋਂ ਠੀਕ ਪਹਿਲਾਂ ਸ਼ੁਭਦੀਪ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਦੀਪ ਸਿੱਧੂ ਦਾ ਕਤਲ ਹੁੰਦਾ ਹੈ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨਸ ਦੇ ਦੌਰਾਨ। ਕੀ ਇਹ ਕੋਇਨਸੀਡੈਂਸ ਹੈ ਜਾਂ ਕੋਈ ਕਨਸਪੀਰੇਸੀ ਹੈ, ਪੰਜਾਬ ਦੇ ਖਿਲਾਫ ਕੋਈ ਗਹਿਰੀ ਸਾਜ਼ਿਸ਼ ਹੈ? ਅੱਜ ਜਿਹੜੇ ਗੈਂਗਸਟਰਸ ਨੇ ਉਹ ਜੇਲ੍ਹਾਂ ਦੇ ਵਿੱਚ ਬੈਠ ਕੇ ਇੱਕ ਅੰਡਰਵਰਲਡ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਥਾਪਿਤ ਕਰਨ ਦੀ ਫਿਰਾਕ ਦੇ ਵਿੱਚ ਨੇ। ਉਹਨਾਂ ਦੇ ਕੋਲੋਂ ਮੋਬਾਈਲ ਫੋਨਸ ਬਰਾਮਦ ਹੋ ਰਹੇ ਨੇ ਔਰ ਇੱਕ ਪੰਜਾਬ ਦਾ ਅਜਿਹਾ ਸਿਰਕੱਢ ਨੌਜਵਾਨ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜੋ ਕਿ ਪੰਜਾਬ ਵਿਖੇ ਰਹਿ ਕੇ ਐਸਟੈਬਲਿਸ਼ ਹੋਇਆ, ਵਿਦਆਊਟ ਐਨੀ ਗੋਡਫਾਦਰ ਐਸਟੈਬਲਿਸ਼ ਹੋਇਆ, ਔਰ ਉਸ ਦੀ ਜਿਹੜੀ ਬੁਲੰਦ ਆਵਾਜ਼ ਹੈ ਉਸ ਨੂੰ ਕਿਤੇ ਨਾ ਕਿਤੇ ਬੰਦ ਕਰ ਦਿੱਤਾ ਗਿਆ। ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਨੇ। ਸ਼ੁਭਦੀਪ ਸਿੰਘ ਦੀ ਡੈਥ ਤੋਂ ਇੱਕ ਦਿਨ ਪਹਿਲਾਂ ਮਾਨ ਸਾਹਿਬ ਦੀ ਮੂਸੇਵਾਲਾ ਦੇ ਨਾਲ ਟੈਲੀਫੋਨਿਕਲੀ ਗੱਲਬਾਤ ਹੁੰਦੀ ਹੈ। ਸ਼ੁਭਦੀਪ ਉਹਨਾਂ ਨੂੰ ਸਪੋਰਟ ਕਰਨ ਜਾ ਰਹੇ ਸੀ ਔਰ ਅਨਫੋਰਚੂਨੇਟਲੀ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ। ਮਾਨ ਸਾਹਿਬ ਦੇ ਨਾਲ ਅਸੀਂ ਤਮਾਮ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸਰ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਥੈਂਕ ਯੂ ਮੈਡਮ, ਸਤਿ ਸ਼੍ਰੀ ਅਕਾਲ। ਸਰ, ਤੁਹਾਡਾ ਫਰਸਟ ਰਿਐਕਸ਼ਨ, ਸਿੱਧੂ ਮੂਸੇਵਾਲਾ ਇੱਕ ਅਜਿਹਾ ਨੌਜਵਾਨ ਸੀ ਜੋ ਕਿ ਪੰਜਾਬ ਵਿਖੇ ਰਹਿ ਕੇ ਆਪਣੀ ਰੂਟਸ ਦੇ ਨਾਲ ਉਹ ਅਟੈਚਡ ਸੀਗਾ ਔਰ ਉਹਦਾ ਇੰਨਾ ਬੁਰੀ ਤਰ੍ਹਾਂ ਬਰੂਟਲ ਮਰਡਰ ਹੋਇਆ, ਉਹਦਾ ਅਸੈਸੀਨੇਸ਼ਨ ਹੋਇਆ। ਉਸਦੇ ਗਾਣਿਆਂ ਦੀ ਜਦੋਂ ਵੀ ਗੱਲਬਾਤ ਕੀਤੀ ਜਾਂਦੀ ਹੈ ਕਿਹਾ ਜਾਂਦਾ ਕਿ ਉਹ ਗਨ ਕਲਚਰ ਨੂੰ ਪ੍ਰਮੋਟ ਕਰਦਾ ਸੀ, ਬਟ ਜਿੰਨੇ ਕੁ ਮੈਂ ਉਹਦੇ ਗਾਣੇ ਸੁਣੇ ਮੈਂ ਉਹਦੇ ਵਿੱਚ ਇਹੀ ਸੁਣਿਆ ਕਿ ਉਹ ਚੀਜ਼ ਸੁਣਾਉਂਦਾ ਸੀ ਲੋਕਾਂ ਨੂੰ ਲਿਖ ਕੇ ਆਪਣੀਆਂ ਰਾਈਟਿੰਗਸ ਦੇ ਨਾਲ ਜੋ ਉਹਦੇ ਨਾਲ ਵਾਪਰ ਰਹੀਆਂ ਸੀ, ਜੋ ਉਹਦੇ ਨਾਲ ਘਟ ਰਹੀਆਂ ਸੀਗੀਆਂ। ਵਾਟ ਡੂ ਯੂ ਹੈਵ ਟੂ ਸੇ ਔਨ ਦਿਸ? ਮੂਸੇਵਾਲਾ ਸਾਹਿਬ ਇੱਕ ਬਹੁਤ ਅੱਛੇ ਸਿੰਗਰ ਸੀਗੇ ਤੇ ਕੰਪੋਜ਼ਰ ਸੀਗੇ, ਤੇ ਜਿਹੜੀ ਤੁਸੀਂ ਗਨ ਕਲਚਰ ਦੀ ਗੱਲ ਕੀਤੀ ਹੈ, ਇਹ ਮੇਰਾ ਖਿਆਲ ਹੈ ਕਿ ਅਜੇ ਤੱਕ ਆਪਾਂ ਇੰਡੀਆ ਦੇ ਵਿੱਚ ਸਿੱਖਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੇ ਉਹਨਾਂ ਦੇ ਸੁਭਾਅ ਨੂੰ। ਜਿਹੜਾ ਗਨ ਕਲਚਰ ਹੈ ਇਹ ਸਿੱਖਾਂ ਦਾ ਸ਼ੁਰੂ ਤੋਂ ਹਥਿਆਰਾਂ ਦੇ ਨਾਲ ਪਿਆਰ ਰਿਹਾ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਹੈ ਕਿ ਸ਼ਸਤਰੋਂ ਕੇ ਅਧੀਨ ਹੈ ਰਾਜ,
ਜਿਵੇਂ ਅਮਰੀਕਨ ਦੀ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਐਨੀ ਪਰਸਨ ਕੈਨ ਕੈਰੀ ਐਂਡ ਹੋਲਡ ਅ ਗਨ. ਇਟ ਇਜ਼ ਅ ਕਨਸਟੀਟਿਊਸ਼ਨਲ ਰਾਈਟ ਇਨ ਅਮਰੀਕਾ. ਇਸ ਤਰ੍ਹਾਂ ਹੀ ਸਾਡੇ ਸਿੱਖਾਂ ਦੇ ਵਿੱਚ ਇਹ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਕਿ ਅਸੀਂ ਹਥਿਆਰਾਂ ਦੇ ਨਾਲ ਬਹੁਤ ਪ੍ਰੇਮ ਕਰਦੇ ਹਾਂ ਅਤੇ ਉਹਨਾਂ ਨੂੰ ਵਰਸ਼ਿਪ ਵੀ ਕਰਦੇ ਹਾਂ. ਤੁਹਾਨੂੰ ਅਜੇ ਪਤਾ ਨਹੀਂ ਹੈ ਜਿੰਨੇ ਵੀ ਤਖਤ ਸਾਹਿਬ ਹੈ, ਜਿਵੇਂ ਤਖਤ ਕੇਸਗੜ੍ਹ ਸਾਹਿਬ ਹੈ, ਦਮਦਮਾ ਸਾਹਿਬ ਹੈ, ਅਨੰਦਪੁਰ ਸਾਹਿਬ ਹੈ, ਪਟਨਾ ਸਾਹਿਬ ਹੈ ਅਤੇ ਹਜ਼ੂਰ ਸਾਹਿਬ ਹੈ, ਜਦੋਂ ਆਪਾਂ ਉੱਥੇ ਮੱਥਾ ਟੇਕਦੇ ਹਾਂ ਆਪਾਂ ਪਹਿਲਾਂ ਸ਼ਸਤਰਾਂ ਨੂੰ ਮੱਥਾ ਟੇਕਦੇ ਹਾਂ. ਗੁਰੂ ਗ੍ਰੰਥ ਸਾਹਿਬ ਜੀ ਥੋੜ੍ਹੇ ਜਿਹੇ ਪਾਸੇ 'ਤੇ ਬਿਰਾਜਮਾਨ ਹੋਇਆ ਕਰਦੇ ਹੈ. ਸੋ ਕਹਿਣਾ ਕਿ ਗਨ ਕਲਚਰ ਦੀ ਗੱਲ ਕਰਦੇ ਸੀਗੇ, ਉਹਨਾਂ ਦਾ ਜਿਹੜਾ ਟਰੈਕਟਰ ਵੀ ਸੀਗਾ ਉਹਨਾਂ ਦੇ ਉੱਤੇ ਵੀ AK-47 ਰਾਈਫਲ ਇੰਬੋਸ ਹੋਈ ਸੀਗੀ. ਸੋ ਇਹ ਸਿੱਖਾਂ ਦਾ ਕਲਚਰ ਹੈ. To understand the Sikhs, you have to understand their culture, their history. ਅਸੀਂ frontier people हैं and we meet all the aggressions that come from the north and therefore it is in our blood. ਹੁਣ ਜੇ ਤੁਸੀਂ ਨੌਨ ਸਿੱਖ ਬੱਚੇ ਨੂੰ ਦੁਕਾਨ 'ਤੇ ਲੈ ਜਾਓ ਅਤੇ ਇੱਕ ਸਿੱਖ ਬੱਚੇ ਨੂੰ ਲੈ ਜਾਓ ਅਤੇ ਤੁਸੀਂ ਕਹੋ ਕਿ ਤੁਸੀਂ ਦੋਨੋਂ ਖਿਡੌਣਾ ਜਿਹੜਾ ਵੀ ਲੈਣਾ ਚੱਕ ਲਓ, ਜਿਹੜਾ ਸਿੱਖ ਬੱਚਾ ਹੋਊਗਾ ਉਹ ਗਨ ਚੱਕੂਗਾ, ਹੈ ਨਾ. ਤੁਸੀਂ ਟੈਸਟ ਵੀ ਕਰ ਲਿਓ. ਇਟ ਇਜ਼ ਇਨ ਯੋਰ ਬਲੱਡ. ਹਾਂ, ਇਟ ਇਜ਼ ਇਨ ਦ ਬਲੱਡ, ਇਟ ਇਜ਼ ਇਨ ਦ ਹਿਸਟਰੀ ਐਂਡ ਇਟ ਇਜ਼ ਇਨ ਦ ਰਿਲੀਜਨ ਆਲਸੋ that you must be strong to defend your religion and your morality. So shastras are a part of our life, our livelihood and our culture. ਹੁਣ ਤੁਸੀਂ ਦੇਖੋ ਕਰਪਸ਼ਨ ਦੀ ਗੱਲ ਹੈ. If a Hindu is found to be corrupt, he can be excused. क्यों करके हिंदू वर्शिप करते हैं लक्ष्मी माता नू, द गॉडेस ऑफ वेल्थ एंड रिचेस, है ना. ते उन्हां दे खिलाफ कोई स्टिग्मा नहीं होगा कि उन्हां ने करप्शन कीती है. सोशली स्टिग्मा नहीं होगा. केस कोर्ट दे विच चलूगा ते करप्शन दा ਕਾਨੂੰਨ ਵੀ ਅੰਗਰੇਜ਼ ਲੈ ਕੇ ਆਏ ਹੈ ਇੰਡੀਆ 'ਚ. ਪਰ ਜੇ ਸਿੱਖ ਤੋਂ ਗਨ ਮੇਰੇ ਕੋਲੋਂ ਵੀ ਪਕੜੀ ਜਾਵੇ ਤਾਂ ਮੇਰਾ ਸੋਸ਼ਲ ਬਾਇਕਾਟ ਨਹੀਂ ਕੋਈ ਕਰੂਗਾ. ਮੇਰੇ ਕੋਲੋਂ ਟੈਂਕ ਵੀ ਫੜਿਆ ਜਾਵੇ ਤਾਂ ਮੇਰੇ ਨਾਲ ਸੋਸ਼ਲੀ ਬਾਇਕਾਟ ਨਹੀਂ ਕੋਈ ਕਰੂਗਾ. ਦੈਟ ਇਜ਼ ਦ ਡਿਫਰੈਂਸ. ਵੀ ਮਸਟ ਅੰਡਰਸਟੈਂਡ ਦ ਪੀਪਲ ਹੂ ਲਿਵ ਇਨ ਦ ਸਬ ਕੰਟੀਨੈਂਟ ਆਫ ਇੰਡੀਆ. ਤੁਸੀਂ ਕਿਹਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਵੀ ਇਸ ਚੀਜ਼ ਦਾ ਮੈਸੇਜ ਦਿੱਤਾ ਸਿੱਖ ਪੰਥ ਨੂੰ, ਔਰ ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਦਾ ਇੱਕ ਮੈਂ ਵੀਡੀਓ ਸੁਣ ਰਹੀ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਪਿਆਰ ਹੈ ਬੰਦੂਕਾਂ ਦੇ ਨਾਲ, ਔਰ ਇਸ ਤੋਂ ਇਲਾਵਾ ਮੈਂ ਜੋ ਸਾਡਾ ਕਲਚਰ ਹੈ ਉਹਦੇ ਸਿਧਾਂਤ 'ਤੇ ਚੱਲਦਾ, ਔਰ ਜੇ ਕਹਿੰਦੇ ਅਸਲਾ ਹਿਫਾਜ਼ਤ ਵਾਸਤੇ ਮੈਂ ਰੱਖਿਆ ਹੋਇਆ, ਕਿਸੇ 'ਤੇ ਚਲਾਉਣ ਵਾਸਤੇ ਨਹੀਂ ਰੱਖਿਆ ਹੋਇਆ. ਹਾਂ, ਇਹ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ. ਅਤੇ ਉਹਨਾਂ ਦੇ ਕੋਲੇ ਜੇ ਉਸ ਵੇਲੇ ਹੁੰਦਾ ਆਪਣਾ ਅਸਲਾ ਅਤੇ ਉਸ ਨੂੰ ਉਹਨਾਂ ਨੇ ਜ਼ਰੂਰ ਇਸਤੇਮਾਲ ਕਰਨਾ ਸੀਗਾ. ਪਰ ਉਦੋਂ ਪਹਿਲਾਂ ਇਹਨਾਂ ਦੇ ਘਰ ਦੀ ਰੈਕੀ ਬਹੁਤ ਅੱਛੀ ਤਰ੍ਹਾਂ ਹੋਈ ਹੈ ਅਤੇ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਇਸ ਵੇਲੇ ਇਹ ਬਾਹਰ ਜਾਣਗੇ ਅਤੇ ਇਹਨਾਂ ਦੇ ਕੋਲੇ ਅਸਲਾ ਨਹੀਂ ਹੋਊਗਾ, ਇਹਨਾਂ ਦੇ ਕੋਲੇ ਕੋਈ ਸਾਥੀ ਨਹੀਂ ਹੋਊਗਾ, ਅਤੇ ਦੈਟ ਇਜ਼ ਵਾਈ ਹੀ ਵਾਜ਼ ਟੇਕਨ ਇਨ and he was killed by these people. ਤੁਹਾਡਾ ਸਮਰਥਨ ਕਰਨ ਦਾ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਕਿ ਮੈਂ ਸਪੋਰਟ ਕਰੂੰਗਾ. ਤੁਹਾਡੇ ਨਾਲ ਕੀ ਗੱਲਬਾਤ ਹੋਈ ਜਾਂ ਕਦੇ ਤੁਸੀਂ ਫੇਸ ਟੂ ਫੇਸ ਤੁਹਾਡਾ ਇੰਟਰੈਕਸ਼ਨ ਹੋਇਆ ਮੂਸੇਵਾਲੇ ਨਾਲ? ਮੇਰਾ ਨਹੀਂ ਸੀ ਹੋਇਆ. ਜਸਕਰਨ ਸਿੰਘ ਜਿਹੜੇ ਇੱਥੇ ਸਾਡੇ ਜਨਰਲ ਸੈਕਟਰੀ ਬੈਠੇ ਹੈ, ਇਹ ਸਾਰੇ ਪਾਸੇ ਜਾਂਦੇ ਹੈ ਟੂ ਗਾਰਨਰ ਸਪੋਰਟ ਫॉर द ਪਾਰਟੀ, ਅਤੇ ਇਹ ਉਹਨਾਂ ਨੂੰ ਜਾ ਕੇ ਮਿਲੇ ਸੀਗੇ
ਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਬਿਲਕੁਲ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕਰੂੰਗਾ ਕਿਸੇ ਤਰ੍ਹਾਂ ਵੀ, ਤੇ ਮੇਰੇ ਬਾਪੂ ਨੂੰ ਕਹੋ ਕਿ ਉਹ ਮੈਨੂੰ ਆ ਕੇ ਮਿਲੇ। ਤੇ ਮੈਂ ਤਾਂ ਛੇਤੀ ਜਾਣਾ ਸੀਗਾ, ਪਰ ਜਦੋਂ ਮੈਂ ਉਹਨਾਂ ਦੇ ਕੋਲੇ ਗਿਆ, ਜਦੋਂ ਬਾਪੂ ਉਹਨਾਂ ਦਾ ਗਿਆ, ਉਦੋਂ ਉਹ ਤਾਂ ਹੈ ਨਹੀਂ ਸੀਗਾ, ਉਹਨੂੰ ਤਾਂ ਖਤਮ ਕਰਤਾ ਸੀਗਾ। ਸੋ 2 ਦਿਨ ਮੈਂ ਬੈਠਾ ਰਿਹਾ ਹਾਂ ਉਹਨਾਂ ਦੇ ਸੰਸਕਾਰ 'ਤੇ ਵੀ, ਇੱਕ ਪੂਰਾ ਦਿਨ ਮੈਂ ਕੱਟਿਆ ਉਹਨਾਂ ਦੇ ਪੇਰੈਂਟਸ ਦੇ ਨਾਲ ਵੀ, ਤੇ ਮੈਂ ਹਿੰਮਤ ਕੀਤੀ ਹੈ ਕਿ ਉਹਨਾਂ ਨੂੰ ਕੰਸੋਲ ਕਰਾਂ। ਪਰ ਉਹਨਾਂ ਦਾ ਇੱਕੋ ਇੱਕ ਲੜਕਾ ਸੀਗਾ ਪੇਰੈਂਟਸ ਦਾ, ਤੇ ਉਹਨਾਂ ਲਈ ਬਹੁਤ ਮੁਸ਼ਕਿਲ ਹੈ ਕਿ ਹੁਣ ਉਹ ਕਿਵੇਂ ਕੱਟਣਗੇ, ਕਿਉਂ ਕਰਕੇ ਲੋਕੀ ਉਹਨਾਂ ਤੋਂ ਫਰੌਤੀਆਂ ਮੰਗਣਗੇ ਕਿ ਇਹ ਤੁਸੀਂ ਜੀ ਸਾਡਾ ਇੰਨਾ ਪੈਸਾ ਦੇਣਾ ਸੀਗਾ, ਸਾਨੂੰ ਇੰਨਾ ਪੈਸਾ ਦੇਣਾ ਸੀਗਾ। ਇਹਦੇ ਕੌਨਸੀਕੁਐਂਸਿਸ ਬੜੇ ਗ੍ਰੇਵ ਹੋਏ ਹੈ ਕਿ ਜਿਹੜੇ ਸਾਡੇ ਲਾਲੇ ਤੇ ਬਾਣੀਏ ਤੇ ਬਿਜ਼ਨਸਮੈਨ ਹੈ ਉਹ ਬਹੁਤ ਜ਼ਿਆਦਾ ਡਰ ਗਏ ਹੈ। ਹਾਂ, ਉਹ ਦੇ ਦਿੰਦੇ ਆ ਪੈਸਾ ਇਹਨਾਂ ਗੈਂਗਸਟਰਸ। ਮੈਂ ਉਹਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾ ਕਿ ਉਹ ਇਸ ਇਨਸੀਡੈਂਟ ਤੋਂ ਬਹੁਤ ਜ਼ਿਆਦਾ ਡਰੇ ਹੋਏ ਹੈ। ਤੇ ਸਾਨੂੰ ਲੱਗਦਾ ਕਿ ਜਿੰਨਾ ਚਿਰ ਡੀਸੀਸ ਤੇ ਸਾਰੇ ਬਿਠਾ ਕੇ ਉਹਨਾਂ ਨੂੰ ਅਸ਼ੋਰੈਂਸ ਨਹੀਂ ਦੇਣਗੇ ਕਿ ਪੰਜਾਬ ਇਜ਼ ਸੇਫ ਫॉर ਯੂ, ਉਹ ਕਿਤੇ ਹਿਜਰਤ ਨਾ ਕਰ ਦੇਣ। ਤੇ ਅੱਜ ਵੀ ਜਿਹੜਾ ਟੋਲ ਪਲਾਜ਼ਾ ਹੈਗਾ ਲੁਧਿਆਣੇ ਦਾ, ਦ ਮੋਸਟ ਫੇਮਸ ਵਨ, ਉੱਥੇ ਵੀ ਆਰਮਡ ਪੀਪਲ ਨੇ ਸਾਰੀ ਬੱਸ ਲੁੱਟ ਲਈ ਹੈ ਅੰਦਰ। ਤੇ ਅੱਜ ਹੁਣੇ ਪਤਾ ਲੱਗਿਆ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਵੀ ਸ਼ੂਟਿੰਗ ਹੋਈ ਹੈ ਤੇ ਇੱਕ ਨੌਜਵਾਨ ਉੱਥੇ ਮਾਰਿਆ ਗਿਆ। ਤੇ ਇਸ ਗਵਰਨਮੈਂਟ ਤੋਂ ਕੁਛ ਸੰਭਾਲਿਆ ਨਹੀਂ ਜਾਂਦਾ। ਗੱਲ ਇਹ ਹੈ ਕਿ ਫਿਰ ਕੋਲੈਪਸ ਹੋਏਗੀ ਸਰਕਾਰ। ਇਹ ਤਾਂ ਨਹੀਂ ਮੈਨੂੰ ਪਤਾ, ਪਰ ਇਹ ਸਾਰੇ ਨਵੇਂ ਅਨਟੈਸਟਡ ਬੰਦੇ ਖੜੇ ਕਰਕੇ 92 MLA ਬਣਾ ਤਾਂ ਦਿੱਤੇ ਹੈ, ਪਰ ਇਹਨੇ ਕਿਸੇ ਵੀ MLA ਦੀ ਰੂਟ ਜੜ ਥੱਲੇ ਤੱਕ ਹੈ ਨਹੀਂ ਗੀ। ਸੋ ਇਹਨਾਂ ਨੂੰ ਨਹੀਂ, ਇਹਨਾਂ ਤੋਂ ਸੈਟਲ ਨਹੀਂ ਹੋ ਰਿਹਾ ਹੈਗਾ। ਤੇ ਪੁਲਿਸ ਤੇ ਫੌਜ ਜਿੰਨਾ ਚਿਰ ਕੋਆਪਰੇਸ਼ਨ ਨਾ ਹੋਵੇ ਲੋਕਾਂ ਦੀ, ਉਹ ਕੁਛ ਕਰ ਨਹੀਂ ਸਕਦੀ ਹੈਗੀ। ਸਰ, ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਜੇਲ੍ਹਾਂ ਤੋਂ ਜਿਹੜੇ ਗੈਂਗਸਟਰਸ ਨੇ, ਗੈਂਗ ਵਾਰ ਜਿਹੜਾ ਹੈਗਾ ਹੁਣ ਜੇਲ੍ਹਾਂ ਤੋਂ ਚੱਲ ਰਿਹਾ। ਅਸੀਂ ਕਹਿੰਦੇ ਆ ਕਿ ਅਸੀਂ ਫਲਾਣੇ ਗੈਂਗਸਟਰ ਨੂੰ ਫੜ ਕੇ ਉਹਨੂੰ ਵੀ ਹੈਵ ਪੁੱਟ ਹਿਮ ਬਿਹਾਈਂਡ ਦਾ ਬਾਰਸ। ਅੱਜ ਲਾਰੈਂਸ ਬਿਸ਼ਨੋਈ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੈਠਾ ਹੈ, ਐਂਡ ਜਿਸ ਤਰ੍ਹਾਂ ਪੁਲਿਸ ਕਲੇਮ ਕਰ ਰਹੀ ਹੈ ਕਿ ਉਸਨੇ ਇਹ ਅਸੈਸੀਨੇਸ਼ਨ ਕਰਵਾਇਆ ਹੈ, ਤਾਂ ਲੋਕਾਂ ਦੀ ਜਾਨ ਤਾਂ ਵੀ ਖਤਰੇ ਦੇ ਵਿੱਚ ਹੈ, ਚਾਹੇ ਉਹ ਸਲਾਖਾਂ ਦੇ ਪਿੱਛੇ ਹੋਣ ਚਾਹੇ ਉਹ ਬਾਹਰ ਹੋਣ। ਤਾਂ ਜਿਹੜੇ ਗੈਂਗਸਟਰਸ ਨੇ ਉਹ ਤਾਂ ਇੱਕ ਐਸਟੈਬਲਿਸ਼ ਕਰਨਾ ਚਾਹੁੰਦੇ ਨੇ ਅੰਡਰਵਰਲਡ ਪੰਜਾਬ ਦੇ ਵਿੱਚ, ਹੋ ਹੀ ਗਿਆ ਆਲਮੋਸਟ। ਮੈਡਮ ਜੇ ਸਾਡੀ ਸਰਕਾਰ ਕਿਸੇ ਵੇਲੇ ਵੀ ਆਵੇ ਨਾ, ਕਦੇ ਕਿਸੇ ਸਿੰਗਰ ਦਾ, ਕਦੇ ਕਿਸੇ ਅਦਾਕਾਰ ਦਾ ਹੁੰਦਾ ਹੈਗਾ ਅਸੈਸੀਨੇਸ਼ਨ, ਕਦੇ ਕਿਸੇ ਬਿਜ਼ਨਸਮੈਨ ਦਾ ਹੁੰਦਾ ਹੈਗਾ। ਫਰੌਤੀਆਂ ਮੰਗਦੇ ਹੈ, ਰੈਂਸਮ ਮੰਗਦੇ ਹੈ। ਪਰ ਜੇ ਸਾਡੀ ਸਰਕਾਰ ਆਉਂਦੀ, ਅਸੀਂ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਸੁਸਾਇਟੀ ਦੇ ਵਿੱਚ ਅਕੋਮੋਡੇਟ ਕਰਨਾ ਸੀਗਾ ਕਿ ਤੁਸੀਂ ਅਕੋਮੋਡੇਟ ਹੋ, ਬੀ ਗੁੱਡ ਸਿਟੀਜ਼ਨਸ, ਲਿਵ ਗੁੱਡ ਲਾਈਵਸ, otherwise you are in danger also and you are endangering other people's lives। ਤੇ ਇਹਨਾਂ ਨਾਲ ਅਸੀਂ ਗੱਲ ਕਰਨੀ ਸੀਗੀ। ਅਜੇ ਵੀ ਜੇ ਕਿਸੇ ਗਵਰਨਮੈਂਟ ਦੇ ਕੋਲੇ ਇੰਨੀ ਲਿਆਕਤ ਹੋਵੇ ਤਾਂ ਇਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਤੁਸੀਂ ਆਪਣਾ ਟਾਈਮ ਕਿਉਂ ਵੇਸਟ ਕਰ ਰਹੇ ਹੋ ਜੇਲ੍ਹਾਂ ਦੇ ਵਿੱਚ, ਬੀਇੰਗ ਫਿਊਜੀਟਿਵਸ, ਭੱਜੇ ਫਿਰਦੇ ਹੋ, ਪਿੱਛੇ ਤੁਹਾਡੇ ਅਥਾਰਟੀਜ਼ ਲੱਗੀਆਂ ਹੋਈਆਂ। wouldn't you like to settle down and finish this business of banditry and whatever you're doing? I think our party would speak to them and call them instead of just getting terrified by them or shooting them down. That is no solution to it, because you can't take the law into your hands, neither the bandits nor the gangsters nor the government nor the army nor the police. You have to go according to the law. So the best method would have been to call them out, sit with them and explain
that you come into the social life of the place. ਸਰ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਜਿਹੜੀ ਸਿਕਿਉਰਿਟੀ ਆ ਉਹ ਘਟਾਈ ਜਾਂਦੀ ਹੈ, ਜਿਸ ਤਰ੍ਹਾਂ ਉਹਨਾਂ ਦੀ ਥ੍ਰੈਟ ਸੀ ਕਿ ਸਟੇਟ ਦੀ ਇੰਟੈਲੀਜੈਂਸ ਨੂੰ, ਜਾਂ ਆਪਾਂ ਡੀਪ ਸਟੇਟ ਦੀ ਗੱਲ ਕਰਦੇ ਹਾਂ ਜਾਂ ਰॉ ਦੀ ਗੱਲ ਕਰਦੇ ਹਾਂ, ਕਿ ਇਹਨਾਂ ਏਜੰਸੀਜ਼ ਨੂੰ ਇਹ ਅਨਅਵੇਅਰ ਸੀ ਇਸ ਸਾਰੇ ਮਸਲੇ ਤੋਂ ਕਿ ਇੰਨੀ ਵੱਡੀ ਥ੍ਰੈਟ ਜਿਹੜੀ ਹੈ ਸਿੱਧੂ ਮੂਸੇਵਾਲੇ ਨੂੰ ਹੈਗੀ ਹੈ। ਅਪਾਰਟ ਫਰੋਮ ਦਿਸ, ਜਿਸ ਤਰ੍ਹਾਂ ਉਹਨਾਂ ਦੇ ਪੇਰੈਂਟਸ ਦੀ, ਉਹਨਾਂ ਦੇ ਫਾਦਰ ਦੀ ਸਟੇਟਮੈਂਟ ਆਉਂਦੀ ਕਿ ਸਾਨੂੰ ਫੋਨ ਆਉਂਦੇ ਸੀ ਗੈਂਗਸਟਰਸ ਦੇ ਕੀਪ ਔਨ ਕਾਲਿੰਗ ਅਸ ਕੰਟੀਨਿਊਸਲੀ, ਸਾਨੂੰ ਅਬਿਊਜ਼ ਕਰਦੇ ਸੀ, ਸਾਡੇ ਤੋਂ ਪੈਸੇ ਮੰਗਦੇ ਸੀ, ਨਹੀਂ ਤਾਂ ਅਸੀਂ ਤੁਹਾਡਾ ਮੁੰਡਾ ਮਾਰ ਦਾਂਗੇ। ਔਰ ਮੈਨੂੰ ਹੋਰ ਵੀ ਇੱਕ ਰਿਲਾਇਬਲ ਸੋਰਸ ਤੋਂ ਪਤਾ ਲੱਗਿਆ ਕਿ ਇੱਕ ਵਾਰੀ ਸਿੱਧੂ ਮੂਸੇਵਾਲੇ ਨੇ ਕਿਸੇ ਗੈਂਗ ਨੂੰ 50 ਲੱਖ ਰੁਪਇਆ ਫਿਰੌਤੀ ਦਿੱਤੀ ਵੀ ਸੀਗੀ। ਦਿੱਤੀ ਹੋਊਗੀ ਜੀ, ਕਿਉਂ ਕਰਕੇ ਮਗਰ ਪੈ ਜਾਂਦੇ ਹੈ। ਤੇ ਸਾਰੇ ਸਿੰਗਰਸ ਦਾ ਤੇ ਬਿਜ਼ਨਸਮੈਨ ਤੇ ਜਿਹੜੀ ਕੰਸਟਰਕਸ਼ਨ ਕਰਦੇ ਹੈ, ਇਹਨਾਂ ਸਾਰਿਆਂ ਤੋਂ ਇਹ ਫਿਰੌਤੀ ਮੰਗਦੇ ਹੈਗੇ ਆ। ਤੇ ਇਹ ਜਿਹੜਾ ਸਿਸਟਮ ਹੈ ਇਹ ਕਿੰਨੇ ਚਲਾਇਆ ਹੈਗਾ? ਇਹ ਪਿਛਲੀ ਵਾਰੀ ਜਿਹੜੀਆਂ ਸਰਕਾਰਾਂ ਰਹੀਆਂ ਇਹਨਾਂ ਨੇ ਇਨਕਰੇਜ ਕੀਤਾ ਹੈ ਲੋਕਾਂ ਨੂੰ ਕਿ ਤੁਸੀਂ ਤਕੜੇ ਬਣ ਜਾਓ ਤੇ ਤੁਹਾਡੇ ਹਾਂ ਕਿ ਤੁਹਾਡੇ ਰੋਪ ਦੇ ਨਾਲ ਅਸੀਂ ਵੋਟਾਂ ਲਿਆ ਕਰਾਂਗੇ। ਤੇ ਇਹਨਾਂ ਨੂੰ ਇਹ ਇਨਕਰੇਜ ਕਰਦੇ ਸੀ ਕਿ ਇਨ ਦੀਜ਼ ਐਕਟੀਵਿਟੀਜ਼। ਤੇ ਦੈਟ ਇਜ਼ ਦ ਟਰਬਲ। ਇਟਸ ਆਲ ਸਟਾਰਟਡ ਇਨ ਦ ਪਾਸਟ ਥਰੂ ਦ ਗਵਰਨਮੈਂਟ। ਜਿੰਨੀ ਵੀ ਇਹ ਹੈਰੋਇਨ, ਸਮੈਕ, ਕੋਕੇਨ ਬਾਹਰੋਂ ਆਉਂਦੀ ਹੈ, this was all in the information of the Badal government and in the Congress government and the government of India also. Now, for instance, what's the point of withdrawing the BSF from the border and saying that they will look after the security internally in Punjab, extend their jurisdiction by 50 kilometers into the Punjab, ਤੇ border ਨੂੰ ਤਾਂ ਖਾਲੀ ਰੱਖਤਾ ਐਂਡ ਸਾਰਾ ਅਸਲਾ ਆ ਰਿਹਾ, ਸਾਰਾ ਬਰੂਦ ਆ ਰਿਹਾ, ਸਾਰੀਆਂ ਐਮੀਨੇਸ਼ਨ ਆ ਰਹੀ ਹੈ, ਸਮੈਕ, ਕੋਕੇਨ, ਫੀਮ, ਯੂ ਨੇਮ ਦ ਥਿੰਗ। ਤੇ ਇਹ ਤਾਂ ਸਾਰਾ ਕੁਛ ਆ ਰਿਹਾ ਹੈਗਾ ਤੇ ਗਵਰਨਮੈਂਟ ਆਫ ਇੰਡੀਆ ਇਜ਼ ਨਾਟ ਬਲਾਈਂਡ, ਇਟ ਨੋਜ਼। ਤੇ ਤੁਸੀਂ ਜਿਹੜਾ ਪਹਿਲਾਂ ਕੁਐਸਚਨ ਪੁੱਟ ਕੀਤਾ ਸੀ, IB ਨੂੰ ਪਤਾ ਸੀਗਾ ਕਿ ਮੂਸੇਵਾਲ ਸਾਹਿਬ ਦੀ ਜ਼ਿੰਦਗੀ ਖਤਰੇ 'ਚ ਹੈ। ਉਹਨਾਂ ਨੇ ਕਹਿਤਾ ਸੀਗਾ ਗਵਰਨਮੈਂਟ ਨੂੰ ਕਿ ਇਹਨਾਂ ਨੂੰ ਇਹ ਪ੍ਰੋਟੈਕਸ਼ਨ ਚਾਹੀਦੀ ਹੈ, ਪਰ ਬਾਵਜੂਦ ਉਸ ਦੇ ਇਸ ਸਰਕਾਰ ਨੇ ਉਹਨਾਂ ਦੀ ਸਿਕਿਉਰਿਟੀ ਵਿਡਰਾਅ ਕਰ ਲਈ ਔਰ ਉਹਨੂੰ ਪਬਲਿਕਲੀ ਉਹਨੂੰ ਪਬਲਿਸਾਈਜ਼ ਪਬਲਿਸਾਈਜ਼ ਕਰਤਾ ਕਿ ਅਸੀਂ ਇਹਨਾਂ ਦੀ ਸਿਕਿਉਰਿਟੀ ਵਿਡਰਾਅ ਕਰ ਲਈ ਹੈ। ਸਰ 72 ਘੰਟੇ ਹੋਣ ਵਾਲੇ ਆ ਸਿੱਧੂ ਮੂਸੇਵਾਲਾ ਦੇ ਮਰਡਰ ਨੂੰ, ਔਰ ਹਜੇ ਤੱਕ ਜਿਹੜੀ ਪੁਲਿਸ ਦੇ ਹੱਥ ਖਾਲੀ ਨਹੀਂ। ਕਹਿ ਰਹੇ ਅਸੀਂ ਫਲਾਣੀ ਥਾਂ ਤੇ ਅਰੈਸਟ ਕੀਤੀ ਹੈ, ਉੱਤਰਾਖੰਡ 'ਚ ਕੀਤੀ ਹੈ, ਇੱਥੋਂ ਅਸੀਂ ਬੰਦੇ ਲੈ ਕੇ ਆ ਰਹੇ ਹਾਂ, ਪਰ ਹਜੇ ਵੀ ਦੇ ਆਰ ਟਾਈਟ ਲਿਪਡ, ਰਾਈਟ। ਔਰ ਕੀ ਕਹਿਣਾ ਚਾਹੋਗੇ ਕਿ ਜਿਹੜੀਆਂ ਤੁਸੀਂ ਵੀ ਕਿਉਂਕਿ IPS ਆਫਿਸਰ ਰਹੇ ਹੋ ਸਰ, ਕਿ ਜਿਹੜੀ ਪੁਲਿਸ ਹੈ ਉਹ ਇੰਨੀ ਇਨਕੈਪੇਬਲ ਹੈ, ਜਾਂ ਇਹਨਾਂ ਕੋਲ ਤਾਂ ਸਾਰਾ ਰਿਕਾਰਡ ਹੁੰਦਾ ਕਿ ਕਿਸ ਬੰਦੇ ਦੀ ਕੀ ਐਕਟੀਵਿਟੀ ਪੂਰੀ ਇਹਨਾਂ ਦੇ ਕੋਲ ਤਾਂ CID ਹੁੰਦੀ ਹੈ, ਸੋ ਵਾਈ ਦੇयर इज ਡਿਲੇ ਸਰ? ਹੁਣ ਦੇਖੋ ਜਿੰਨੇ ਵੀ ਟੈਲੀਫੋਨਸ ਹੈਗੇ ਹੈ, ਜਿਵੇਂ ਹੁਣ ਮੇਰਾ ਟੈਲੀਫੋਨ ਪਿਆ ਹੈ, ਇਟ ਇਜ਼ ਬਾਉਂਡ ਟੂ ਬੀ ਲਿਸਨਡ ਇਨਟੂ ਬਾਈ ਸਮ ਏਜੰਸੀ। ਤੇ ਜਿਹੜੇ ਇਹ ਜੇਲਸ ਦੇ ਵਿੱਚ ਆਪਰੇਸ਼ਨਸ ਹੁੰਦੇ ਹੈ ਟੈਲੀਫੋਨਸ ਤੇ ਟਾਵਰਸ ਬਾਹਰ ਲੱਗੇ ਹੁੰਦੇ ਹੈ, ਤੇ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਕਿ ਇਹ ਟੈਲੀਫੋਨ ਜੇਲ੍ਹ ਦੇ ਵਿੱਚੋਂ ਆ ਰਹੇ ਹੈ? ਕਿਉਂ ਕਰਕੇ ਬਾਅਦ ਦੇ ਵਿੱਚ ਵੀ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ, ਫਿਰ ਉਸੇ ਟਾਵਰਸ ਤੋਂ ਹੀ ਇਹ ਜਾ ਕੇ ਪਤਾ ਕਰਦੇ ਆ ਕਿ ਇਹ ਟੈਲੀਫੋਨ ਇੱਥੋਂ ਆਇਆ ਕਿ ਨਹੀਂ ਆਇਆ। ਜਦੋਂ ਵੀ ਤੁਸੀਂ ਸਰਚ ਕਰਦੇ ਹੋ ਕਿਸੇ ਟੈਲੀਫੋਨ ਕਾਲ ਦੀ, ਤੁਹਾਨੂੰ ਟਾਵਰ ਦਾ ਪਤਾ ਲੱਗਣਾ ਚਾਹੀਦਾ ਕਿ ਇਹ ਕਿੱਥੋਂ ਆਈ ਹੈ। ਤੇ ਫਿਰ ਜੇਲਸ ਦੇ ਵਿੱਚ ਕਿਉਂ ਨਹੀਂ ਇਹਨਾਂ ਦਾ ਕੰਟਰੋਲ ਹੈਗਾ ਟੈਲੀਫੋਨਸ ਦਾ? ਇਹ ਮੈਂ ਪੁੱਛਣਾ ਚਾਹੁੰਦਾ ਕਿ ਵਾਈ ਆਰਨਟ ਦੇ, ਜਿਵੇਂ ਹੁਣ ਬਲੈਕ ਆਊਟ ਕਰ ਦਿੰਦੇ ਆ ਕਸ਼ਮੀਰ ਦੇ ਵਿੱਚ ਇੰਟਰਨੈਟ ਨੂੰ, ਸਾਰਾ ਕੁਛ ਹੈ, ਤੇ ਕਾਂਟ ਤੇ ਪਲੱਗ ਦ ਇੰਟਰਨੈਟ ਔਰ ਥੀਸ ਵੇਵਸ ਵਿਦਿਨ ਦ ਜੇਲਸ? ਆਈ ਥਿੰਕ ਹੁੰਦਾ ਹੈਗਾ, ਜਿਸ ਤਰ੍ਹਾਂ ਸਰਕਾਰ ਕਲੇਮ ਕਰਦੀ ਹੈ ਕਿ ਅਸੀਂ ਬੜੀ ਹਾਈਟੈਕ ਜੇਲਸ ਬਣਾਈਆਂ ਹੋਈਆਂ ਨੇ, ਔਰ ਪਰ ਫਿਰ ਵੀ ਜਿਹੜੇ ਗੈਂਗਸਟਰਸ ਨੇ ਉਹਨਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਹੈ ਜੇਲ੍ਹ ਤੋਂ ਹੋ ਰਹੀਆਂ ਨੇ, ਅੰਜਾਮ ਦੇ ਰਹੇ ਨੇ ਉਹ। I think the jail people will have to be smarter than the other people who are
handling these telephones, they have all the technology at the footstep of the government, and why can't they sort of stop it? I don't know why they can't do it. ਤੁਸੀਂ ਲਗਾਤਾਰ 2 ਦਿਨ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਰਹੇ ਹੋ, ਕੀ ਉਹਨਾਂ ਦੇ ਫਾਦਰ ਸਾਹਿਬ ਨੇ ਜਾਂ ਉਹਨਾਂ ਦੇ ਮਦਰ ਨੇ ਕੋਈ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ, ਕੁਝ ਦੱਸਿਆ ਉਹਨਾਂ ਨੇ ਤੁਹਾਨੂੰ? ਹਾਂ, ਮੈਂ ਗੱਲਾਂ ਕਰਾਈਆਂ ਉਹਨਾਂ ਤੋਂ, ਕਿਉਂ ਕਰਕੇ ਉਹਨਾਂ ਨੂੰ ਤਾਂ ਸਾਰਾ ਦਿਨ ਕਿਸੇ ਨੇ ਖਾਣ ਨੂੰ ਨਹੀਂ ਸੀ ਦਿੱਤਾ ਹੈਗਾ, ਨਾ ਉਸ ਹਾਲਾਤ ਦੇ ਵਿੱਚ ਕੋਈ ਵੀ ਬੰਦਾ ਖਾਂਦਾ ਹੈ। ਤੇ ਫਿਰ ਮੈਂ ਉਹਨਾਂ ਦੇ ਫਾਦਰ ਨੂੰ ਦੁੱਧ ਵੀ ਪਿਆਇਆ, ਉਹਨਾਂ ਦੀ ਮਦਰ ਨੂੰ ਵੀ ਦੁੱਧ ਪਿਆਇਆ, ਪਲੋਸਿਆ। ਤੇ ਉਹਨਾਂ ਦੇ ਫਾਦਰ ਨੇ ਮੈਨੂੰ ਦੱਸਿਆ, ਗੱਲੀ ਲਾ ਲਿਆ। ਮੈਂ ਕਿਹਾ ਤੁਸੀਂ ਕੀ ਕਰਦੇ ਸੀਗੇ? ਉਹ ਕਹਿੰਦੇ ਅਸੀਂ ਟੈਂਕ ਰੈਜੀਮੈਂਟ ਸੀਗੇ, ਕੈਵਲਰੀ ਚਾਮਟ ਕੋਰ 'ਚ, ਤੇ ਜਿਹੜੇ ਪਹਿਲੇ ਟੈਂਕਸ ਲਦਾਖ ਗਏ ਹੈ ਉਹ ਮੇਰੇ ਰਾਹੀਂ ਗਏ ਹੈ, ਕਿਉਂ ਕਰਕੇ ਆਈ ਵਾਜ਼ ਦ ਡਰਾਈਵਰ ਆਲਸੋ ਐਂਡ ਦ ਬੰਬਰ। ਤੇ ਆਈ ਵਾਜ਼ ਸੋ ਐਫੀਸ਼ੀਐਂਟ ਇਨ ਮਾਈ ਵਰਕ ਕਿ ਜਿਹੜਾ ਹਵਾਈ ਜਹਾਜ਼ ਦੇ ਵਿੱਚ ਸਟ੍ਰਿਪ ਹੁੰਦੀ ਹੈ, ਜਿਹਦੇ ਉੱਤੋਂ ਦੀ ਟੈਂਕ ਚੜ੍ਹਦਾ ਹਵਾਈ ਜਹਾਜ਼ ਦੇ ਵਿੱਚ, ਉਹ ਬੜੀ ਨੈਰੋ ਹੁੰਦੀ ਹੈ, ਐਂਡ ਓਨਲੀ ਐਨ ਐਕਸਪਰਟ ਕੈਨ ਪੁੱਟ ਦ ਟੈਂਕ ਇਨਟੂ ਦੀ ਏਅਰਕ੍ਰਾਫਟ, ਐਂਡ ਯੂ ਕੈਨ ਓਨਲੀ ਟੇਕ 1 ਏਅਰਕ੍ਰਾਫਟ ਐਟ ਅ ਟਾਈਮ। ਤੇ ਕਹਿੰਦੇ ਮੈਂ 18 ਵਾਰੀ ਗਿਆ, 18 ਵਾਰੀ ਮੈਂ ਲਾ ਕੇ ਆਇਆ ਲਦਾਖ ਦੇ ਵਿੱਚ। ਤੇ ਫਿਰ ਇਹਨਾਂ ਦਾ ਇੰਤਜ਼ਾਮ ਕੀਤਾ ਕਿ ਇਹ ਕਿਵੇਂ ਰੱਖੇ ਜਾਣਗੇ। ਤੇ ਮੈਂ ਉਹਨਾਂ ਨੂੰ ਦੱਸਿਆ ਸੀਗਾ ਜੇ ਇਹਨਾਂ ਸਾਰਿਆਂ ਨੂੰ ਇੱਕ ਗਰੁੱਪ ਦੇ ਵਿੱਚ ਰੱਖ ਦੋਗੇ ਤਾਂ ਜਿਹੜੀ ਐਨਮੀ ਹੈ ਉਹ ਇੱਕੋ ਸਰੂਪ ਦੇ ਵਿੱਚ ਆ ਕੇ ਨਾ ਸਾਰਿਆਂ ਨੂੰ ਖਤਮ ਕਰ ਦੂਗੀ। ਸੋ ਹੀ ਸੈਡ ਕਿ ਆਈ ਟੋਲਡ them keep them at a distance of 100-200 yards, ਇਹਨਾਂ ਨੂੰ ਵੱਖ-ਵੱਖ ਕਰਕੇ ਰੱਖਿਓ, don't huddle them up, don't keep them together। ਤੇ he's a very ਗੁੱਡ ਮੈਨ। ਸਿੱਧੂ ਮੂਸੇਵਾਲਾ ਦਾ ਇੱਕ ਗਾਣਾ ਉਹਦੇ ਵਿੱਚ ਕਹਿੰਦੇ ਕਿ ਸਰਕਾਰੀ ਬੰਦੇ ਮੇਰੀ ਸੂਹ ਦਿੰਦੇ ਨੇ, ਮੇਰੀ ਸਾਰ ਦਿੰਦੇ ਨੇ। ਤੇ ਤੁਹਾਨੂੰ ਕੀ ਲੱਗਦਾ ਜਿਹੜੀ ਉਹਨਾਂ ਦੀ ਮਰਡਰ ਦੇ ਵਿੱਚ ਕਨਸਪੀਰੇਸੀ ਹੈ ਕਿਹਦੀ ਹੋ ਸਕਦੀ? ਅੱਜ ਮੈਂ ਤੁਹਾਡੀ ਵੀਡੀਓ ਦੇਖ ਰਹੀ ਸੀਗੀ, ਯੂ ਵਰ ਲੈਸ਼ਿੰਗ ਆਊਟ ਔਨ ਮੀਡੀਆ। ਇੱਕ ਤੁਸੀਂ ਨਿੱਜੀ ਚੈਨਲ ਦੇ ਉੱਪਰ ਅੱਜ ਹੀ ਤੁਸੀਂ ਵੀਡੀਓ ਪਾਈ ਹੈ ਜਿਹਦੇ ਵਿੱਚ ਤੁਹਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਨਾਮ ਲਿੱਤਾ ਗਿਆ, ਕਾਨ ਸਿੰਘ ਵਾਲਾ ਜੀ ਦਾ। ਸੋ ਕੀ ਲੱਗਦਾ ਤੁਹਾਨੂੰ ਤੁਹਾਡੇ ਉੱਪਰ ਵੀ ਟਾਰਗੇਟ ਹੁਣ ਕੀਤਾ ਜਾ ਰਿਹਾ ਇਸ ਮਸਲੇ ਤਾਂ ਵੀ ਇਹ ਤੁਸੀਂ ਤਾਂ ਕਹਿੰਦੇ ਹੋ ਨਾ ਕਿ ਪੁਲਿਸ ਸਨੂਪ ਕਰਦੀ ਹੈ, ਤੇ ਪੁਲਿਸ ਦਾ ਕੰਮ ਹੀ ਸਨੂਪ ਕਰਨਾ, ਹੋਰ ਕੀ ਹੈ? ਹੋਰ ਦੱਸ ਦਿਓ। ਐਂਡ ਵਾਈ ਇਜ਼ਨਟ ਇਟ ਸਨੂਪਿੰਗ ਪ੍ਰੋਪਰਲੀ that it comes to know before some crime takes place? It is inefficient in its snooping। ਤੁਸੀਂ ਕਿਹਾ ਮੀਡੀਆ ਨੂੰ ਕਿ ਬਾਜ਼ ਆ ਜਾਓ। ਹਾਂ, ਫਿਰ ਮੈਨੂੰ ਕਹਿਣਾ ਪਿਆ ਕਿ ਇਹ ਤੁਸੀਂ ਇਹੋ ਜਿਹੇ ਇਲਜ਼ਾਮ ਜਦੋਂ ਲਾਉਂਦੇ ਹੋ ਤਾਂ ਫਿਰ ਅਸੀਂ ਵੀ ਕਾਰਵਾਈ ਕਰਾਂਗੇ। ਅਸੀਂ ਅੱਜ ਆਪਣੇ ਕੈਨੇਡਾ ਦੀ ਜਥੇਬੰਦੀ ਨੂੰ ਵੀ ਕਿਹਾ, ਅਲਟੀਮੇਟ ਦਿੱਤਾ ਕਿ ਜੇ ਇਹਨਾਂ ਦੇ ਉੱਤੇ ਤੁਸੀਂ ਡੈਫੇਮੇਸ਼ਨ ਕੇਸ ਨਾ ਕੀਤਾ ਤੇ ਅਸੀਂ ਸਾਰੀ ਭੰਗ ਕਰ ਦਾਂਗੇ ਕੈਨੇਡਾ ਦੀ ਜਥੇਬੰਦੀ ਨੂੰ, ਤੇ ਇਹਨਾਂ ਦੇ ਉੱਤੇ ਡੈਫੇਮੇਸ਼ਨ ਦਾ ਕੇਸ ਇੱਕਦਮ ਕਰਨਾ ਪਊ ਤੁਹਾਨੂੰ। ਸਿੱਧੂ ਮੂਸੇਵਾਲਾ ਦੇ ਫਾਦਰ ਨੇ ਕਿਸੇ ਪਾਰਟਿਕੂਲਰ ਕੋਈ ਬੰਦੇ ਤੇ ਸ਼ੱਕ ਉਹਨਾਂ ਨੇ ਜ਼ਾਹਿਰ ਕੀਤਾ ਜਾਂ ਤੁਹਾਨੂੰ ਦੱਸਿਆ, ਕੋਈ ਸ਼ੇਅਰ ਕੀਤੀ ਗੱਲ ਤੁਹਾਡੇ ਨਾਲ? ਹਾਂ, ਮੇਰੇ ਨਾਲ ਬਹੁਤ ਗੱਲਾਂ ਕਰਦੇ ਸੀਗੇ, ਕਹਿੰਦੇ ਇੱਕ ਵਾਰੀ ਇਹ ਅੰਦਰ ਵੀ ਵੜ ਕੇ ਸੀਗੇ, ਪਰ ਜਿਹਨੇ ਸਾਨੂੰ ਮਾਰਨਾ ਸੀਗਾ ਉਹਨੇ ਮੈਨੂੰ ਪਛਾਣ ਲਿਆ, ਮੈਂ ਉਹਨੂੰ ਪਛਾਣ ਲਿਆ, ਕਿਉਂ ਕਰਕੇ ਅਸੀਂ ਤਾਂ ਜੇਲ੍ਹ 'ਚ ਇਕੱਠੇ ਰਹੇ ਹਾਂ। ਸੋ ਕਹਿੰਦਾ ਕਿ ਜੀ ਅਸੀਂ ਤਾਂ ਹੋਰ ਕੰਮ ਆਏ ਸੀਗੇ, ਫਿਰ ਅਸੀਂ ਚੱਲਦੇ ਹਾਂ। ਯੈਸ, ਕੋਈ ਬੰਦਾ ਸੁਪਾਰੀ ਲੈ ਕੇ ਆਇਆ ਸੀ? ਹਾਂ, they were snooping around him all the time because they were so rich, they had made money। ਹਾਂ, and everybody wanted some ransom, ਫਰੌਤੀ ਲੈਣਾ ਚਾਹੁੰਦੇ ਸੀਗੇ, ਤੇ ਸਾਰਾ ਕੁਛ ਇਹ ਹੋ ਰਿਹਾ। ਤੇ ਇੱਕ ਜ਼ਿਮੀਂਦਾਰ ਨੇ ਵੀ ਮੈਨੂੰ ਕੱਲ੍ਹ ਦੱਸਿਆ ਕਿ ਮੈਂ 3 ਕਰੋੜ ਦੀ ਜ਼ਮੀਨ ਵੇਚੀ ਇੱਕ ਲਾਲੇ ਨੂੰ, ਤੇ ਉਹਨੇ ਮੈਨੂੰ 50 ਲੱਖ ਰੁਪਈਆ ਦਿੱਤਾ ਐਡਵਾਂਸ। ਤੇ ਜਿੱਦਣ ਦੀ ਮੂਸੇਵਾਲ ਸਾਹਿਬ ਦਾ ਕਤਲ ਹੋਇਆ, ਉਹ ਕਹਿੰਦਾ ਤੂੰ 50 ਲੱਖ ਰੱਖ ਲੈ, ਮੈਂ ਤੇਰੀ ਜ਼ਮੀਨ ਨਹੀਂ ਲੈਣੀ ਹੈਗੀ। ਤੇ ਇੱਥੋਂ ਤੱਕ ਹਾਲਤ ਹੋ ਗਈ ਹੈ। ਤਦੇ ਮੈਂ ਕਹਿ ਰਿਹਾ
ਕਿ ਗਵਰਨਮੈਂਟ ਨੂੰ ਸਾਰੇ ਡੀਸੀਜ਼ ਨੂੰ ਇਕੱਠੇ ਕਰਕੇ ਲਾਲੇ ਬਾਣੀਆਂ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਇਹੋ ਜਿਹੀ ਗੱਲ ਕੋਈ ਨਹੀਂ ਕਿ ਇਹ ਤੁਹਾਡੀ ਇਹ ਸੇਫਟੀ ਹੈ ਨਹੀਂ ਗੀ, everything will be provided to you and you don't run away from the state or get scared, carry on with your business. ਜਿਹੜੇ ਸਟੇਟ ਦੇ ਜਿਹੜੇ ਪੁਲਿਸ ਮੁਖੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਜ਼ਰੀਏ ਇਹ ਗੱਲ ਕਹੀ ਕਿ ਇਟ ਵਾਸ ਅ ਗੈਂਗ ਵਾਰ, ਇਹ ਗੈਂਗ ਵਾਰ ਸੀਗੀ। ਹਾਊ ਡੂ ਯੂ ਸੀ DGP's the statement? I think he was very wrong and he apologized for that later and he said I was wrong, I was misquoted, and that was a good statement. Otherwise Moosewal Sahab wasn't a gangster, he was just a singer and people were after him to get money out of him. ਰੀਸੈਂਟਲੀ ਸੁਖਬੀਰ ਬਾਦਲ ਜੀ ਨੂੰ ਮਿਲੇ, ਆਈ ਥਿੰਕ ਫਸਟ ਟਾਈਮ ਮਿਲੇ ਸੀਗੇ ਉਹਨਾਂ ਨੂੰ, ਔਰ ਸੁਖਬੀਰ ਬਾਦਲ ਨੇ ਇੱਕ ਵਾਰੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਇੱਕ ਨਿੱਜੀ ਚੈਨਲ ਤੇ ਕਿਹਾ ਸੀਗਾ ਕਿ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ ਮਾਨ ਸਾਹਿਬ ਨੂੰ। ਤੁਹਾਨੂੰ ਮਿਲੇ ਉਹ ਔਰ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ? ਨਹੀਂ, ਅਸੀਂ ਤਾਂ ਇੱਕ ਫੰਕਸ਼ਨ ਤੇ ਇਕੱਠੇ ਬੈਠੇ ਸੀਗੇ। ਹਾਂ, ਜਿਵੇਂ ਤੁਸੀਂ ਤੇ ਮੈਂ ਹੁਣ ਬੈਠੇ ਹਾਂ ਤੇ ਫੰਕਸ਼ਨ ਹੋ ਰਹੀ ਸੀਗੀ, ਸਪੀਕਰਸ ਬੋਲ ਰਹੇ ਸੀਗੇ ਤੇ ਉਸ ਵੇਲੇ ਹਾਂ ਉਹਦੇ ਵਿੱਚ ਤਾਂ ਨਹੀਂ ਨਾ ਤੁਸੀਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਹੈਗੇ। ਕੋਈ ਗੱਲਬਾਤ ਨਹੀਂ ਹੋਈ? ਨਹੀਂ, ਸਾਡੀ ਗੱਲਬਾਤ ਨਹੀਂ। ਪਲੇਜ਼ੈਂਟਰੀਜ਼ ਯੈਸ, ਦੈਟਸ ਅਬਾਊਟ ਆਲ। ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਦੇ ਲਈ। ਸਾਡੇ ਨਾਲ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੀਗੇ ਔਰ ਜਿਨ੍ਹਾਂ ਨੇ ਤਮਾਮ ਜਿਹੜਾ ਇਹ ਮੁੱਦਾ ਹੈ ਸਿੱਧੂ ਮੂਸੇਵਾਲਾ ਦੇ ਅਸੈਸੀਨੇਸ਼ਨ ਦਾ ਉਹਦੇ ਉੱਪਰ ਗੱਲਬਾਤ ਕੀਤੀ ਹੈ ਔਰ ਸਾਫ਼ ਤੌਰ ਤੇ ਇਹਨਾਂ ਨੇ ਆਖਿਆ ਕਿ ਜਿਹੜੀ ਸਰਕਾਰ ਹੈ ਇਹ ਪੂਰਨ ਤੌਰ ਤੇ ਫੇਲ ਹੋਈ ਹੈ ਸਰਕਾਰ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ। ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕਿਵੇਂ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰਸ ਨੇ ਉਹ ਜੇਲ੍ਹਾਂ ਦੇ ਵਿੱਚ ਬੈਠ ਕੇ ਵੀ ਪੂਰਾ ਜਿਹੜਾ ਕ੍ਰਾਈਮ ਹੈ ਉਸ ਨੂੰ ਅੰਜਾਮ ਦੇ ਰਹੇ ਨੇ ਔਰ ਜਿਹੜਾ ਪੰਜਾਬ ਹੈ ਉਹਦੀ ਜਿਹੜੀ ਅਮਨ ਸ਼ਾਂਤੀ ਹੈ ਉਹ ਪੂਰਨ ਤੌਰ ਤੇ ਡੇਂਜਰ ਦੇ ਵਿੱਚ ਹੈ।